Hello dear students, I am Avtar Singh and ਅੱਜ ਆਪਾਂ ਆਪਣੇ ਚੈਪਟਰ ਹਿਊਮਨ ਆਈ ਐਂਡ ਇਟਸ ਕਲਰਫੁਲ ਵਰਲਡ ਦੇ ਦੋ ਇੰਪੋਰਟੈਂਟ ਪਾਰਟ ਸਟੱਡੀ ਕਰਾਂਗੇ। ਫਰਸਟ ਵਨ ਹੈਗਾ ਸਕੈਟਰਿੰਗ ਆਫ ਲਾਈਟ ਐਂਡ ਸੈਕਿੰਡ ਵਨ ਰੇਨਬੋ ਫਾਰਮੇਸ਼ਨ। ਐਂਡ ਫਸਟ ਦੇ ਵਿੱਚ ਆਪਾਂ ਤਿੰਨ ਸਬ ਟੌਪਿਕਸ ਪੜਾਂਗੇ। ਫਸਟ ਵਨ ਟਿੰਡਲ ਇਫੈਕਟ, ਮੋਸਟ ਇੰਪੋਰਟੈਂਟ, ਵਾਈ ਸਕਾਈ ਲੁਕਸ ਬਲੂ, ਐਂਡ ਥਰਡ ਹੈਗਾ ਕਲਰ ਆਫ ਸਨ ਐਟ ਸਨਰਾਈਜ਼ ਐਂਡ ਐਟ ਸਨਸੈਟ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਆਪਣਾ ਫਸਟ ਟੌਪਿਕ ਹੈ ਸਕੈਟਰਿੰਗ ਆਫ ਲਾਈਟ। ਹਾਂਜੀ, ਤਾਂ ਸਕੈਟਰਿੰਗ ਮੀਨਸ ਸਪਰੈਡਿੰਗ ਆਫ ਲਾਈਟ। ਤਾਂ ਇਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਕੁਝ ਫਿਨੋਮੀਨਾਸ ਜਿਹੜੇ ਨੇਚਰ ਦੇ ਵਿੱਚ ਆਪਾਂ ਡੇਲੀ ਲਾਈਫ ਦੇ ਵਿੱਚ ਓਬਜ਼ਰਵ ਕਰਦੇ ਹਾਂ ਉਹਨਾਂ ਦੀ ਗੱਲ ਕਰਦੇ ਹਾਂ। ਜਿਵੇਂ ਕਿ ਸਕਾਈ ਦਾ ਕਲਰ ਬਲੂ ਹੀ ਕਿਉਂ ਆ, ਜਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸਨ ਹੈ ਉਹ ਮਾਰਨਿੰਗ ਦੇ ਵਿੱਚ ਵੀ ਰੈਡਿਸ਼ ਦਿਖਾਈ ਦਿੰਦਾ ਐਂਡ ਈਵਨਿੰਗ ਦੇ ਵਿੱਚ ਵੀ ਰੈਡਿਸ਼ ਦਿਖਾਈ ਦਿੰਦਾ, ਬਟ ਆਫਟਰਨੂਨ ਦੇ ਵਿੱਚ ਕਿਉਂ ਨਹੀਂ ਦਿਖਾਈ ਦਿੰਦਾ। ਸੋ ਇਹ ਸਾਰੇ ਕੁਐਸਚਨਸ ਦਾ ਆਨਸਰ ਕੀ ਰਹੇਗਾ ਆਪਣਾ ਸਕੈਟਰਿੰਗ ਆਫ ਲਾਈਟ। ਹਾਂਜੀ, ਤਾਂ ਹੁਣ ਆਪਾਂ ਸਕੈਟਰਿੰਗ ਬਾਰੇ ਪੜ੍ਹਦੇ ਹਾਂ। ਤਾਂ ਫਸਟਲੀ ਆਪਾਂ ਨੂੰ ਪਤਾ ਹੈ ਵੀ ਜਿਹੜਾ ਆਪਣਾ ਅਰਥ ਦਾ ਐਟਮੋਸਫੇਅਰ ਹੈ ਇਸ ਦੇ ਵਿੱਚ ਛੋਟੇ ਛੋਟੇ ਏਅਰ ਦੇ ਮੋਲੀਕਿਊਲਸ ਪਾਰਟੀਕਲਸ ਮੌਜੂਦ ਹੈ ਜੋ ਆਪਾਂ ਇਹ ਬਲੈਕ ਨਾਲ ਸ਼ੋ ਕੀਤੇ ਹੋਏ ਹੈ। ਠੀਕ ਹੈ, ਤਾਂ ਹੁਣ ਦੇਖੋ ਜਦੋਂ ਸਨ ਤੋਂ ਆਪਣੇ ਕੋਲੇ ਲਾਈਟ ਰੇਜ਼ ਆਉਣਗੀਆਂ ਐਂਡ ਇਹਨਾਂ ਪਾਰਟੀਕਲਸ ਨਾਲ ਸਟਰਾਈਕ ਕਰਨੀਆਂ ਤਾਂ ਲਾਈਟ ਆਪਣਾ ਰਸਤਾ ਕੀ ਕਰ ਲਏਗੀ, ਚੇਂਜ ਕਰ ਲਏਗੀ, ਇੱਧਰ ਉੱਧਰ ਬੈਂਡ ਹੋ ਜਾਏਗੀ। ਠੀਕ ਹੈ, ਜਦੋਂ ਇਹ ਲਾਈਟ ਦੇ ਰਸਤੇ ਵਿੱਚ ਆਉਣਗੇ ਤਾਂ ਲਾਈਟ ਦੇ ਰਸਤੇ ਨੂੰ ਕੀ ਕਰ ਦੇਣਗੇ, ਚੇਂਜ। ਜਿਵੇਂ ਆਪਾਂ ਡਾਇਗਰਾਮ ਨਾਲ ਸ਼ੋਅ ਕਰਦੇ ਹਾਂ ਵੀ ਸਪੋਜ਼ ਕਰ ਲਓ ਇਹ ਲਾਈਟ ਰੇਜ਼ ਆ ਰਹੀਆਂ ਅਤੇ ਇਹ ਇੱਧਰ ਉੱਧਰ ਬੈਂਡ ਹੋਣਗੀਆਂ ਜਦੋਂ ਇਸ ਨਾਲ ਸਟਰਾਈਕ ਕਰਨੀਆਂ। ਠੀਕ ਹੈ, ਜਦੋਂ ਏਅਰ ਦੇ ਪਾਰਟੀਕਲਸ ਨਾਲ ਸਟਰਾਈਕ ਕਰਨੀਆਂ। ਸੋ ਇਸ ਨੂੰ ਬੋਲਿਆ ਜਾਂਦਾ ਸਕੈਟਰਿੰਗ ਆਫ ਲਾਈਟ। ਸਕੈਟਰਿੰਗ ਆਫ ਲਾਈਟ ਦੀਆਂ ਆਪਣੇ ਕੋਲੇ ਕਾਫੀ ਇੰਪੋਰਟੈਂਟ ਐਪਲੀਕੇਸ਼ਨਸ ਆ। ਸੋ ਫਸਟ ਵਨ ਆਪਣੇ ਕੋਲੇ ਟਿੰਡਲ ਇਫੈਕਟ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਟਿੰਡਲ ਇਫੈਕਟ ਬਾਰੇ ਤਾਂ ਆਪਾਂ 9th ਕਲਾਸ ਵਿੱਚ ਵੀ ਸਟੱਡੀ ਕੀਤਾ ਹੋਇਆ। ਤਾਂ ਟਿੰਡਲ ਇਫੈਕਟ ਕੀ ਸੀਗਾ ਵੀ ਜਦੋਂ ਆਪਾਂ ਨੂੰ ਲਾਈਟ ਦਾ ਪਾਥ ਵਿਜ਼ੀਬਲ ਹੋ ਜਾਂਦਾ ਸੀ ਸੋ ਉਸ ਨੂੰ ਆਪਾਂ ਬੋਲਦੇ ਸੀ ਵੀ ਇਹ ਟਿੰਡਲ ਇਫੈਕਟ ਸ਼ੋ ਹੋ ਰਿਹਾ। ਜਿਹੜਾ ਟਰੂ ਸੋਲੂਸ਼ਨ ਸੀਗਾ ਇਹ ਟਿੰਡਲ ਇਫੈਕਟ ਨੂੰ ਸ਼ੋ ਨਹੀਂ ਕਰਦਾ ਸੀ। ਜਿਵੇਂ ਦੇਖੋ ਇੱਥੋਂ ਆਪਾਂ ਇੱਕ ਬੈਟਰੀ ਦੀ ਲਾਈਟ ਮਾਰੀ ਹੈ, ਟਰੂ ਸੋਲੂਸ਼ਨ ਦੇ ਵਿੱਚ ਤਾਂ ਲਾਈਟ ਦਾ ਪਾਥ ਆਪਾਂ ਨੂੰ ਸ਼ੋ ਨਹੀਂ ਹੋ ਰਿਹਾ, ਬਟ ਜਦੋਂ ਇਹ ਕੋਲਾਈਡਲ ਸੋਲੂਸ਼ਨ ਦੇ ਵਿੱਚ ਚਲਾ ਜਾਂਦਾ ਤਾਂ ਆਪਾਂ ਨੂੰ ਲਾਈਟ ਦਾ ਪਾਥ ਸ਼ੋ ਹੋਣ ਲੱਗ ਜਾਂਦਾ। ਸੋ ਇਸ ਦਾ ਮੇਨ ਰੀਜ਼ਨ ਕੀ ਸੀਗਾ ਵੀ ਜਿਹੜੇ ਕੋਲਾਈਡਲ ਸੋਲੂਸ਼ਨ ਦੇ ਪਾਰਟੀਕਲਸ ਆ ਇਹਨਾਂ ਦਾ ਜਿਹੜਾ ਸਾਈਜ਼ ਹੈ ਉਹ ਇੰਨਾ ਐਕੂਰੇਟ ਆ ਜਾਂ ਇੰਨਾ ਫਾਈਨ ਸਾਈਜ਼ ਆ ਵੀ ਉਹ ਇਸ ਲਾਈਟ ਨੂੰ ਸਕੈਟਰ ਕਰ ਦਿੰਦੇ ਆ ਐਂਡ ਇਸ ਦੇ ਪਾਥ ਨੂੰ ਵਿਜ਼ੀਬਲ ਕਰ ਦਿੰਦੇ ਆ। ਠੀਕ ਹੈ, ਸੋ ਇਸ ਨੂੰ ਬੋਲਿਆ ਜਾਂਦਾ ਟਿੰਡਲ ਇਫੈਕਟ। ਓਕੇ, ਤਾਂ ਟਿੰਡਲ ਇਫੈਕਟ ਆਪਾਂ ਡੇਲੀ ਲਾਈਫ ਦੇ ਵਿੱਚ ਵੀ ਦੇਖ ਸਕਦੇ ਹਾਂ। ਜਿਵੇਂ ਕਿ ਜਦੋਂ ਆਪਾਂ ਇੱਕ ਬੰਦ ਕਮਰੇ ਦੇ ਵਿੱਚ ਲਾਈਟ ਨੂੰ ਐਂਟਰ ਹੁੰਦੇ ਹੋਏ ਦੇਖਦੇ ਹਾਂ, ਸਨਲਾਈਟ ਨੂੰ ਕਿਸੇ ਵਿੰਡੋ ਦੇ ਥਰੂ, ਤਾਂ ਆਪਾਂ ਨੂੰ ਉਸ ਦਾ ਪਾਥ ਵਿਜ਼ੀਬਲ ਹੋ ਜਾਂਦਾ। ਸੋ ਇਹ ਵੀ ਇੱਕ ਟਿੰਡਲ ਇਫੈਕਟ ਦੀ ਐਗਜ਼ਾਮਪਲ ਹੀ ਹੋਗੀ। ਠੀਕ ਹੈ, ਸੋ ਆਪਾਂ ਟਿੰਡਲ ਇਫੈਕਟ ਦੀ ਡੈਫੀਨੇਸ਼ਨ ਲਿਖ ਸਕਦੇ ਹਾਂ। The phenomena of scattering of light by fine particles so that the path of light becomes visible। ਜਿਸ ਦੁਆਰਾ ਆਪਾਂ ਨੂੰ ਲਾਈਟ ਦਾ ਪਾਥ ਵਿਜ਼ੀਬਲ ਹੋ ਜਾਂਦਾ। ਸੋ ਇਸ ਇਫੈਕਟ ਨੂੰ ਕੀ ਬੋਲਿਆ ਜਾਂਦਾ, ਟਿੰਡਲ ਇਫੈਕਟ। ਸੋ ਮੈਂ ਇੱਥੇ ਇੱਕ ਵਰਡ ਲਿਖਦਾ ਕਨੋਪੀ। ਤਾਂ ਇਸ ਦੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਵੀ ਜਿਹੜੇ ਆਪਣੇ ਟਰੀਜ਼ ਹੁੰਦੇ ਆ, ਟਰੀਜ਼ ਦੇ ਉੱਪਰ ਜਿਹੜੀ ਛੱਤ ਜੀ ਬਣ ਜਾਂਦੀ ਹੈ ਜਦੋਂ ਇੱਕ ਦੂਜੇ ਨਾਲ ਮਿਲ ਜਾਂਦੇ ਆ ਤਾਂ ਉਸ ਨੂੰ ਕੀ ਬੋਲਦੇ ਆ ਆਪਾਂ, ਕਨੋਪੀ। ਓਕੇ, ਤਾਂ ਜਦੋਂ ਕਨੋਪੀ ਦੇ ਵਿੱਚੋਂ ਵੀ ਇਹ ਲਾਈਟ ਰੇਜ਼ ਐਂਟਰ ਕਰਦੀਆਂ, ਸਨਲਾਈਟ ਦੀਆਂ ਲਾਈਟ ਰੇਜ਼, ਤਾਂ ਆਪਾਂ ਨੂੰ ਨੀਚੇ ਇੱਕ ਤਰ੍ਹਾਂ ਨਾਲ ਲਾਈਟ ਦਾ ਪਾਥ ਵਿਜ਼ੀਬਲ ਹੋ ਜਾਂਦਾ। ਸੋ ਆਪਾਂ ਨੂੰ ਟਿੰਡਲ ਇਫੈਕਟ ਸ਼ੋ ਹੁੰਦਾ। ਠੀਕ ਹੈ, ਜਿਵੇਂ ਕਿ ਤੁਸੀਂ ਆਹ ਫੋਟੋਜ਼ ਦੇਖੋ, ਇਹਨਾਂ ਤਿੰਨੋਂ ਫੋਟੋਜ਼ ਦੇ ਵਿੱਚ ਧਿਆਨ ਨਾਲ ਦੇਖੋ ਆਪਾਂ ਨੂੰ ਟਿੰਡਲ ਇਫੈਕਟ ਸ਼ੋ ਹੋ ਰਿਹਾ, ਲਾਈਟ ਦਾ ਪਾਥ ਹੈ ਜਿਹੜਾ ਵਿਜ਼ੀਬਲ ਹੋ ਰਿਹਾ। ਠੀਕ ਹੈ, ਸੋ ਜਿਹੜੀ ਆਪਣੀ ਨੇਚਰ ਹੈ ਇਹ ਵੀ ਅਕਸਰ ਟਿੰਡਲ ਇਫੈਕਟ ਨੂੰ ਸ਼ੋ ਕਰਦੀ ਹੈ। ਠੀਕ ਹੈ, ਐਂਡ ਆਪਣਾ ਨੈਕਸਟ ਕੁਐਸਚਨ ਹੈ ਵਾਈ ਇਜ਼ ਦਾ ਕਲਰ ਆਫ ਸਕਾਈ ਬਲੂ। ਮੀਨਸ ਟੂ ਸੇ ਵੀ ਜਿਹੜਾ ਸਕਾਈ ਦਾ ਕਲਰ ਹੈ ਇਹ ਆਪਾਂ ਨੂੰ ਬਲੂ ਹੀ ਕਿਉਂ ਦਿਸਦਾ। ਤਾਂ ਇਸ ਦਾ ਸਿੱਧਾ ਸਿੱਧਾ ਆਨਸਰ ਹੈ ਸਕੈਟਰਿੰਗ ਆਫ ਲਾਈਟ। ਤਾਂ ਆਪਣੇ ਚੋਂ ਬਹੁਤ ਜਾਣਿਆਂ ਨੂੰ ਇਸ ਦਾ ਆਨਸਰ ਪਤਾ ਵੀ ਹੋਏਗਾ, ਸਕੈਟਰਿੰਗ ਆਫ ਲਾਈਟ। ਓਕੇ, ਤਾਂ ਸਕੈਟਰਿੰਗ ਬਾਰੇ ਆਪਾਂ ਲਾਸਟ ਵੀਡੀਓ ਲੈਕਚਰ ਵਿੱਚ ਚੰਗੇ ਤਰੀਕੇ ਪੜ੍ਹ ਚੁੱਕੇ ਹਾਂ। ਸੋ ਸਕੈਟਰਿੰਗ ਕਿਹੜੀਆਂ ਲਾਈਟ ਰੇਜ਼ ਦੀ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਵੇਵਲੈਂਥ ਘੱਟ ਹੁੰਦੀ ਹੈ। ਠੀਕ ਹੈ, ਜਿਨ੍ਹਾਂ ਦੀ ਵੇਵਲੈਂਥ ਘੱਟ ਹੋਏਗੀ ਉਹ ਜ਼ਿਆਦਾ ਸਕੈਟਰ ਹੋਣਗੀਆਂ, ਜਿਨ੍ਹਾਂ ਦੀ ਵੇਵਲੈਂਥ ਜ਼ਿਆਦਾ ਹੋਏਗੀ ਉਹ ਘੱਟ ਸਕੈਟਰ ਹੋਣਗੀਆਂ, ਉਹ ਆਪਣੇ ਤੱਕ ਸਿੱਧੀਆਂ ਪਹੁੰਚ ਜਾਣਗੀਆਂ। ਜਿਵੇਂ ਕਿ ਆਪਾਂ ਇਸ ਤੋਂ ਪਹਿਲਾਂ ਇੱਕ ਕੁਐਸਚਨ ਕਰਦੇ ਹਾਂ, ਵਾਈ ਡੇਂਜਰ ਸਿਗਨਲਸ ਆਰ ਆਫ ਰੈਡ ਕਲਰ। ਸੋ ਇਸ ਦਾ ਆਨਸਰ ਤੁਸੀਂ ਕਰ ਸਕਦੇ ਹੋ। ਤਾਂ ਸਿੰਪਲ ਆਨਸਰ ਹੈ ਇਸ ਦਾ ਵੀ ਜਿਹੜਾ ਰੈੱਡ ਕਲਰ ਹੈ ਇਸ ਦੀ ਵੇਵਲੈਂਥ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ, ਰੈੱਡ ਕਲਰ ਦੀ ਵੇਵਲੈਂਥ ਜ਼ਿਆਦਾ ਹੋਣ ਕਰਕੇ ਇਹ ਸਕੈਟਰ ਨਹੀਂ ਹੁੰਦਾ। ਜਿਵੇਂ ਕਿ ਹੁਣ ਧੁੰਦ ਵਗੈਰਾ ਪੈ ਰਹੀ ਹੈ ਤਾਂ ਜਿਹੜਾ ਰੈੱਡ ਕਲਰ ਆ ਇਹ ਸਕੈਟਰ ਨਹੀਂ ਹੋਏਗਾ ਤੇ ਸਿੱਧੀਆਂ ਆਪਣੀ ਅੱਖਾਂ ਦੇ ਵਿੱਚ ਪਹੁੰਚ ਜਾਏਗਾ। ਜੇਕਰ ਇਹੀ
डेंजर सिग्नल्स ब्लू वगैरह कलर के होंगे तो ब्लू कलर की वेवलेंथ की है बहुत घट है। जो मैं इत्थे लिख दिना, जेकर ब्लू कलर की वेवलेंथ हैगी है, वेवलेंथ नूं आपां लैम्डा नाल रिलेट करते सी ना 9th क्लास कीता सी। जेकर ब्लू कलर की वेवलेंथ हैगी अपने कोले x, तो अपने कोले रेड कलर की वेवलेंथ कितनी होएगी, रेड कलर की वेवलेंथ होएगी 1.8x, मीनस टू से 1.8 टाइम्स ज्यादा होंगी है रेड कलर की। ठीक है, सो हुण देखो जी रेड कलर है जिहड़ा ਇਹ ਕੀ ਹੋਏਗਾ, ਸਕੈਟਰ नहीं होएगा एंड धुंध वगैरह ਦੇ ਵਿੱਚ ਦੀ ਸਿੱਧਾ ਪਾਸ ਹੁੰਦਾ ਹੋਇਆ ਆਪਣੀਆਂ ਅੱਖਾਂ ਤੱਕ ਪਹੁੰਚ ਜਾਏਗਾ। ਠੀਕ ਹੈ, ਸੋ ਇਸ ਕਰਕੇ ਜਿਹੜੇ ਡੇਂਜਰ ਸਿਗਨਲਸ ਆ ਉਹ ਰੈੱਡ ਕਲਰ ਦੇ ਹੁੰਦੇ ਆ ਰੈਦਰ ਦੈਨ ਕਿਸੇ ਹੋਰ ਕਲਰ ਦੇ। ਠੀਕ ਹੈ, ਇਸ ਦੇ ਨਾਲ ਹੀ ਇੱਕ ਰਿਲੇਟਡ ਕੁਐਸਚਨ ਹੋਰ ਬਣ ਜਾਂਦਾ ਵੀ ਜਿਹੜੀਆਂ ਆਪਣੀਆਂ ਗੱਡੀਆਂ ਕਾਰਾਂ ਵਗੈਰਾ ਇਹਨਾਂ ਦੀਆਂ ਜਿਹੜੀਆਂ ਬੈਕ ਲਾਈਟਸ ਆ ਉਹ ਵੀ ਰੈੱਡ ਕਲਰ ਦੀਆਂ ਕਿਉਂ ਹੁੰਦੀਆਂ, ਸੇਮ ਹੀ ਆਨਸਰ ਰਹੇਗਾ ਬਿਕੋਜ਼ ਜਿਹੜਾ ਰੈੱਡ ਕਲਰ ਆ ਇਹ ਸਕੈਟਰ ਘੱਟ ਹੁੰਦਾ एंड अपन अखां तक सीधा पहुंच जाता एंड आपां नूं ईजली पता लग जाता भी धुंध वगैरह के मौसम में अपने अगे किहड़ी गड्डी जा रही है। ठीक है, सो हुण आपां अपने फर्स्ट क्वेश्चन का आंसर करते हैं, द कलर ऑफ स्काई इज ब्लू। ओके, सो हुण आपां नूं एक चीज़ पता है भी जिहड़ा अपना एटमोसफेयर है इस दे विच एयर के पार्टिकल्स मौजूद है। ठीक है, स्मॉल स्मॉल एयर के मॉलिक्यूल्स मौजूद है। ओके, तो आपां इदां करते हैं, इस नूं मैं कहता अपना अर्थ है। ठीक है, ये कोई ऑब्जर्वर है। ओके, एंड ये वाला पार्ट हो गया अपना एटमोसफेयर। ठीक, एंड आपां रेनबो की फॉर्मेशन दे विच एक चीज कीती सी बिब ग्योर है ना। सो इस दे विच आपां नूं ये भी पता सी भी जदों आपां इस तरीके जाने आ तो अपनी वेवलेंथ है जिहड़ी ओह इनक्रीज हुंदी जांदी है। मीनस टू से रेड कलर की वेवलेंथ बहुत ज़्यादा हुंदी है एंड वायलट कलर की वेवलेंथ घट हुंदी है। ओके, सो जिहड़ी आह कलर्स आ इन्हां दी वेवलेंथ आपां कह के चलदे आ भी घट हुंदी है एंड इन्हां दी ज़्यादा हुंदी है। सो जिहड़े ये वाले कलर्स आ ये ज़्यादा स्कैटर होणगे ओबवियसली, तो आपां इत्थे फर्स्टली ड्रॉ करदे आ। आह अपने कोल एटमोसफेयर दे विच इस तरीके मॉलिक्यूल्स ऑफ एयर है। ठीक है, जिहड़े आपां नूं नहीं दिसदे एयर दे मॉलिक्यूल्स की करदे आ, ਜਿਹੜੀਆਂ ਇਹ ਘੱਟ ਵੇਵਲੈਂਥ ਦੀਆਂ ਲਾਈਟ ਰੇਜ਼ ਹੁੰਦੀਆਂ ਉਹਨਾਂ ਨੂੰ ਕੀ ਕਰ ਦਿੰਦੇ ਆ, ਸਕੈਟਰ ਕਰ ਦਿੰਦੇ ਆ। ਮੀਨਸ ਟੂ ਸੇ ਸਿੱਧਾ ਪਾਸ ਨਹੀਂ ਹੋਣ ਦਿੰਦੇ। ਸੋ ਜਿਹੜੀਆਂ ਇਹ ਬਲੂ ਕਲਰ ਦੀਆਂ ਜਾਂ ਇਹ ਕਲਰ ਦੀਆਂ ਹੋਣਗੀਆਂ ਇਹਨਾਂ ਨੂੰ ਕੀ ਕਰਨਗੇ ਇਸ ਤਰੀਕੇ ਸਕੈਟਰ, ਕੋਈ ਇੱਧਰ ਜਾਏਗੀ, ਕੋਈ ਇੱਧਰ ਜਾਏਗੀ, ਕੋਈ ਇੱਧਰ ਜਾਏਗੀ, ਕੋਈ ਇਸ ਤਰੀਕੇ। ਠੀਕ ਹੈ, ਇਹ ਲਾਈਟ ਰੇਜ਼ ਨੂੰ ਕੀ ਕਰਨਗੇ ਇਹ ਸਕੈਟਰ ਕਰ ਦਿੰਦੇ ਆ। बट ਜਿਹੜੀਆਂ ਦੂਸਰੀਆਂ ਹੁੰਦੀਆਂ ਜਿਨ੍ਹਾਂ ਦੀ ਵੇਵਲੈਂਥ ਜ਼ਿਆਦਾ ਹੁੰਦੀ ਹੈ ਉਹ ਈਜ਼ੀਲੀ ਆਪਣੇ ਤੱਕ ਪਹੁੰਚ ਜਾਂਦੀਆਂ, ਉਹ ਸਕੈਟਰ ਨਹੀਂ ਹੁੰਦੀਆਂ। ਹੁਣ ਦੇਖੋ भी ब्लू कलर सारे पासे स्कैटर हो गया, मीनस टू से सारे पासे स्प्रैड हो गया, तो ओबवियसली अपन स्काई किहड़े कलर का दिसेगा, ब्लू कलर का दिसेगा। सो इसका रीजन की होया स्कैटरिंग ऑफ लाइट। तो आप लिख सकते हैं भी जिहड़ियां लाइट रेज आ जिन्हां दी वेवलेंथ घट है वो स्कैटर हो जाणगियां जिवें कि ब्लू कलर। ठीक है, सो दैट्स वाई अपन जिहड़ा स्काई आ वो ब्लू कलर का दिसदा। सो होपफुली अपन नूं ये क्वेश्चन क्लीयर हो गया होएगा भी जिहड़ा अपना स्काई आ वो ब्लू क्यों दिसदा, बिकॉज ਜਿਹੜੀਆਂ ਲਾਈਟ ਰੇਜ਼ ਆ ਬਲੂ ਐਂਡ ਤੱਕ ਉਹਨਾਂ ਦੀ ਵੇਵਲੈਂਥ ਕੀ ਹੈ ਬਹੁਤ ਘੱਟ ਹੈ। ਸੋ ਦੈਟਸ ਵਾਈ ਇਹ ਜਦੋਂ ਫਾਈਨ ਪਾਰਟੀਕਲਸ ਨਾਲ ਸਟ੍ਰਾਈਕ ਕਰਦੀਆਂ ਤਾਂ ਇਹ ਸਕੈਟਰ ਹੋ ਜਾਂਦੀਆਂ ਇੱਧਰ ਉੱਧਰ, ਜਿਵੇਂ ਕਿ ਇਸ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਸਕੈਟਰਿੰਗ ਸ਼ੋ ਹੋ ਰਹੀ ਹੈ। ਦੇਖੋ ਕਿੰਨੀਆਂ ਡਾਇਰੈਕਸ਼ਨਸ ਦੇ ਵਿੱਚ ਸਪਰੈਡ ਹੋ ਰਹੀਆਂ ਹੈ ਨਾ। ਬਟ ਜਿਨ੍ਹਾਂ ਦੀ ਵੇਵਲੈਂਥ ਜ਼ਿਆਦਾ ਸੀ ਜਿਵੇਂ ਕਿ ਰੈੱਡ ਹੋ ਗਈ, ਯੈਲੋ ਹੋ ਗਈ ਜਾਂ ਗ੍ਰੀਨ ਹੋ ਗਈ, ਉਹ ਸਿੱਧੀਆਂ ਆਪਣੀ ਅਰਥ ਤੱਕ ਪਹੁੰਚ ਰਹੀਆਂ। ਐਂਡ ਇਸ ਡਾਇਗਰਾਮ ਵਿੱਚ ਵੀ ਸੇਮ ਹੀ ਸ਼ੋ ਹੋ ਰਿਹਾ ਵੀ ਜਿਹੜੀਆਂ ਲਾਈਟ ਰੇਜ਼ ਦੀ ਵੇਵਲੈਂਥ ਜ਼ਿਆਦਾ ਹੈ ਜਿਵੇਂ ਕਿ ਰੈੱਡ, ਔਰੇਂਜ, ਯੈਲੋ ਜਾਂ ਗ੍ਰੀਨ, ਸੋ ਇਹ ਤਾਂ ਆਪਣੀ ਅਰਥ ਤੱਕ ਪਹੁੰਚਦੀਆਂ। ਬਟ ਜਿਨ੍ਹਾਂ ਦੀ ਵੇਵਲੈਂਥ ਬਹੁਤ ਘੱਟ ਆ ਜਿਵੇਂ ਕਿ ਵਾਇਲਟ, ਇੰਡੀਗੋ, ਬਲੂ ਹੋ ਗਈਆਂ, ਇਹ ਪਹਿਲਾਂ ਹੀ ਸਕੈਟਰ ਹੋ ਜਾਂਦੀਆਂ। ਸੋ ਦੈਟਸ ਵਾਈ ਆਪਾਂ ਨੂੰ ਜਿਹੜਾ ਸਕਾਈ ਦਾ ਕਲਰ ਆ ਉਹ ਬਲੂ ਦਿਸਦਾ। ਠੀਕ ਹੈ, ਜਿਹੜੀਆਂ ਲਾਈਟ ਰੇਜ਼ ਸਪਰੈਡ ਹੋ ਜਾਂਦੀਆਂ ਉਹਨਾਂ ਦਾ ਕਲਰ ਹੀ ਆਪਾਂ ਨੂੰ ਸਕਾਈ ਦਾ ਕਲਰ ਦਿਸਦਾ। ਠੀਕ ਹੈ, ਐਂਡ ਇੱਕ ਚੀਜ਼ ਹੋਰ, ਜੇਕਰ ਆਪਣੀ ਅਰਥ ਦੇ ਉੱਪਰ ਐਟਮੋਸਫੇਅਰ ਨਾ ਹੋਵੇ ਦੈਨ ਕੋਈ ਵੀ ਸਕੈਟਰਿੰਗ ਅਕਰ ਨਹੀਂ ਹੋਏਗੀ। ਠੀਕ ਹੈ, ਬਿਕੋਜ਼ ਪਾਰਟੀਕਲਸ ਹੀ ਨਹੀਂ ਹੋਣਗੇ ਜਿਹੜੇ ਸਕੈਟਰ ਕਰ ਸਕਣ, ਸੋ ਉਦੋਂ ਸਕੈਟਰਿੰਗ ਨਹੀਂ ਹੋਏਗੀ। ਚੀਜ਼ ਹੋਰ, ਜਿਹੜੇ ਪੈਸੇਂਜਰਸ ਹਾਇਰ ਐਲਟੀਟਿਊਡਸ ਦੇ ਉੱਪਰ ਸਫ਼ਰ ਕਰਦੇ ਆ ਆਪਣੇ ਐਟਮੋਸਫੇਅਰ ਦੇ ਉੱਪਰ ਹੈ ਨਾ, ਤਾਂ ਉਹਨਾਂ ਨੂੰ ਜਿਹੜਾ ਸਕਾਈ ਆ ਉਹ ਡਾਰਕ ਦਿਖਾਈ ਦਿੰਦਾ, ਉਹਨਾਂ ਨੂੰ ਇਹ ਬਲੂ ਨਹੀਂ ਦਿਖਾਈ ਦਿੰਦਾ। ਠੀਕ ਹੈ, ਐਂਡ ਆਪਣਾ ਨੈਕਸਟ ਟੌਪਿਕ ਹੈ ਕਲਰ ਆਫ ਸਨ ਐਟ ਸਨਰਾਈਜ਼ ਐਂਡ ਐਟ ਸਨਸੈਟ। ਤਾਂ ਇਸ ਬੇਸ ਤੇ ਕੁਐਸਚਨ ਕੀ ਬਣ ਜਾਂਦਾ ਹੈ ਵੀ ਜਿਹੜਾ ਸਨ ਦਾ ਕਲਰ ਹੈ ਆਪਾਂ ਨੂੰ ਮਾਰਨਿੰਗ ਦੇ ਵਿੱਚ ਵੀ ਰੈਡਿਸ਼ ਦਿਖਾਈ ਦਿੰਦਾ ਐਂਡ ਈਵਨਿੰਗ ਦੇ ਵਿੱਚ ਵੀ ਰੈਡਿਸ਼ ਦਿਖਾਈ ਦਿੰਦਾ, ਬਟ ਆਫਟਰਨੂਨ ਦੇ ਵਿੱਚ ਰੈਡਿਸ਼ ਕਿਉਂ ਨਹੀਂ ਦਿਖਾਈ ਦਿੰਦਾ। ਸੋ ਤੁਹਾਡੇ ਅਕੋਰਡਿੰਗ ਇਸ ਦਾ ਆਨਸਰ ਕੀ ਹੋਣਾ ਚਾਹੀਦਾ? ਇਸ ਦਾ ਆਨਸਰ ਆ ਸਕੈਟਰਿੰਗ ਆਫ ਲਾਈਟ। ਸੋ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਇਸ ਨੂੰ ਸ਼ੋ ਕਰਦੇ ਹਾਂ। ਤਾਂ ਫਸਟਲੀ ਆਪਾਂ ਜਿਵੇਂ ਲਾਸਟ ਡਾਇਗਰਾਮ ਦੇ ਵਿੱਚ ਕੀਤਾ ਸੀ, ਇਹ ਆਪਣਾ ਹੋ ਗਿਆ ਅਰਥ।
ओके एंड अर्थ तो बाद यही आपां बनाया सीगा अपना एटमोसफेयर। ओके एंड यही आपां बना लैने अपना कोई ऑब्जर्वर, ठीक है, जिवें कि आपां। ओके सो हुण देखो जी यह वाला पार्ट हो गया अपना हॉरिजन, जिथों तक आपां सूरज नूं चढ़दा जां सूरज नूं छिपदा देख सकते हैं। ओके एंड ये वाला पार्ट आपां लेट कर लैने ईस्ट एंड ये हैगा वैस्ट। एंड थर्ड कंडीशन आपां लैनी है आफ्टरनून। आफ्टरनून आफ्टरनून ते तां बिल्कुल उपर आ जांदा, अपनी ओवरहेड आ जांदा ना सन। सो हुण देखो जी जदों सन राइज हो रहा हुंदा ईस्ट दे विचों तां उदों की हुंदा, उदों आपां नूं सन दा कलर रैडिश दिखाई दिंदा। सो मैं इत्थे जे बना लैना सन, ठीक है, आपां नूं उस वेले रैडिश दिखाई दिंदा। एंड ईवनिंग दे विच भी जदों छिपना हुंदा सन ने उदों भी आपां नूं रैडिश दिखाई दिंदा, ठीक है। बट आफ्टरनून दे विच ये आपां नूं रैडिश क्यों नहीं दिखाई दिंदा? आफ्टरनून दे विच आपां नूं ये रैडिश नहीं दिखाई दिंदा। सो इस दा मेन रीजन की है? सो हुण ध्यान नाल कर लियो, मैं इत्थे एक वर्ड लिखूंगा डिस्टेंस। डिस्टेंस ट्रेवल्ड बाय लाइट रेज इन एटमोसफेयर, ठीक है। सो प्लीज इस चीज नूं चंगे तरीके कर लियो। हुण देखो जी मैं इत्थे एटमोसफेयर वर्ड जरूर लिखिआ, तां मीनस टू से भी जदों देखो जदों सन राइज हो रहा है तो उदों लाइट रेज कितना डिस्टेंस ट्रैवल कर रही हैं, इन्ना। एंड जदों सन छिप रहा है उदों लाइट रेज कितना डिस्टेंस ट्रैवल कर रही हैं, इन्ना। एंड जदों अपने कोल सन ओवरहेड है उदों लाइट रेज कितना डिस्टेंस ट्रैवल कर रही हैं, इन्ना। सो मेरे कहने का मतलब ये नहीं भी सन उदों नीवा हो जाता, नो, मीनस टू से ओनली इन एटमोसफेयर। सो एटमोसफेयर विच कितना डिस्टेंस ट्रैवल कर रही हैं, एटमोसफेयर इत्थों स्टार्ट हो गया, सो इत्थों लाइट रेज ने इन्ना डिस्टेंस ट्रैवल किया, ठीक है। एंड जेकर आप इत्थे गल करिए इत्थों कितना डिस्टेंस ट्रैवल किया, इन्ना पार्ट, एंड इत्थों कितना किया, इन्ना पार्ट। सो हुण तुहानूं ईजिली क्लीयर हो गया होना भी एटमोसफेयर दे विच लाइट रेज सन सैट वेले एंड सन राइज वेले ज़्यादा डिस्टेंस ट्रैवल करदियां एज कंपेयर टू आफ्टरनून। सो हुण देखो जी जिन्ना ज़्यादा डिस्टेंस ट्रैवल होएगा उन्नी ज़्यादा स्कैटरिंग होएगी, इत्थे भी स्कैटरिंग हुई, इत्थे भी हुई, इत्थे भी हुई। सो स्कैटरिंग हुंदी हुंदी बाकी सारे कलर्स की है छण जाते हैं, ठीक है। जिवें आपां चाह पानी दे विच सारियां चीज़ां दूर हो जांदियां, बिल्कुल उस तरीके सारे कलर्स छण जाते हैं। बट जिन्हां दी वेवलेंथ ज़्यादा हुंदी है ਉਹ ऑब्जर्वर तक पहुंच जाते हैं। एंड ज़्यादा वेवलेंथ किस दी हुंदी है? रैड कलर दी। सो दैट्स वाई आपां नूं जिहड़ा सन राइज दे टाइम ते सन आपां नूं रैडिश दिखाई दिंदा। सिमिलरली ईवनिंग दे विच हुण देखो जी जदों सन छिप रहा है तो उदों भी डिस्टेंस ज़्यादा है, तो डिस्टेंस ज़्यादा होने दे करके स्कैटरिंग भी ज़्यादा हुंदी है, ठीक है। बाकी सारे कलर्स आ जिहड़े वो स्कैटर हुंदे रहिंदे आ, बट जिस दी वेवलेंथ ज़्यादा हुंदी है वो घट स्कैटर हुंदा एंड वो अपनियां अखां तक पहुंच जांदा। दैट्स वाई आपां नूं ईवनिंग दे विच भी सन रैडिश दिखाई दिंदा। एंड जेकर आपां गल करिए आफ्टरनून दी तो आफ्टरनून दे विच अपने कोले सन अपने ओवरहेड आ जांदा, ठीक है। सो जिहड़ा एटमोसफेयर दे विच लाइट रेज द्वारा डिस्टेंस घट ट्रैवल कीता जांदा। हुण देखो जे लाइट रेज द्वारा डिस्टेंस ही घट ट्रैवल हो रहा तो स्कैटरिंग भी घट होएगी। सो जिहड़े कलर्स आ वो घट स्कैटर हुंदे आ, ठीक है। इत्थे घट स्कैटरिंग हुंदी है, आपां लिख दिंदे आ लैस स्कैटरिंग। ओके सो हुण आपां नूं कलर्स दा मिक्सचर जिहा दिखाई दिंदा जो हुण कलर ही नहीं स्कैटर होए भी कलर छाणे नहीं गए। इत्थे तां अपने कोले सारे कलर स्कैटर हो गए सी तां करके रैड रैड दिखाई दिंदा सी, बट इत्थे स्कैटरिंग घट हुई है। दैट्स वाई इह आपां नूं रैडिश नहीं दिखाई दिंदा, आपां नूं मिक्सचर जिहा दिखाई दिंदा, वाइट ब्लू समथिंग येलो इस तरीके दिखाई दिंदा, ठीक है। सो इस दा मेन रीजन की होया स्कैटरिंग ऑफ लाइट। तो इत्थे डिस्टेंस ज़्यादा सी उत्थे स्कैटरिंग ज़्यादा होएगी, जिथे डिस्टेंस एटमोसफेयर दे विच घट है उत्थे स्कैटरिंग घट होएगी। सो आपां नूं ये क्वेश्चन भी समझ आ गया होएगा भी मॉर्निंग ते ईवनिंग दे विच जिहड़ा अपना सन है वो आपां नूं रैडिश क्यों दिखाई दिंदा, बट आफ्टरनून दे विच इह आपां नूं रैडिश नहीं दिखाई दिंदा। सो इस दा रीजन सीगा डिस्टेंस ट्रैवल्ड बाय लाइट इन एटमोसफेयर। सो देखो जी हुण जदों मॉर्निंग ते ईवनिंग दे विच है जिवें आपां इत्थे गल कर लईए, ठीक है। तो हुण देखो भी जिहड़ा एटमोसफेयर दे विच लाइट द्वारा डिस्टेंस ट्रैवल किया जा रहा वो इन्ना है, ठीक है। बट जेकर आपां गल करिए आफ्टरनून दे विच इस पोजीशन ते तो एटमोसफेयर दे विच ओनली इन्ना डिस्टेंस ही ट्रैवल हो रहा लाइट द्वारा, ठीक है। सो हुण देखो जे ज़्यादा डिस्टेंस ट्रैवल हो रहा है इस पोजीशन ते
दैट मीनस ज़्यादा ਸਕੈਟਰਿੰਗ हो रही है। ਸੋ ਉਹ ਸਾਰੇ ਕਲਰਸ ਜਿਨ੍ਹਾਂ ਦੀ ਵੇਵਲੈਂਥ ਘੱਟ ਹੈ ਉਹ ਪਹਿਲਾਂ ਹੀ ਸਕੈਟਰ ਹੋ ਜਾਣਗੇ ਐਂਡ ਤੇ ਜਿਸ ਦੀ ਜ਼ਿਆਦਾ ਵੇਵਲੈਂਥ ਹੈ ਉਹ ਆਬਜ਼ਰਵਰ ਤੱਕ ਪਹੁੰਚੇਗਾ। ਸੋ ਜ਼ਿਆਦਾ ਵੇਵਲੈਂਥ ਕਿਸ ਦੀ ਹੁੰਦੀ ਹੈ? ਰੈੱਡ ਕਲਰ ਦੀ। ਸੋ ਦੈਟਸ ਵਾਈ ਆਪਾਂ ਨੂੰ ਮਾਰਨਿੰਗ ਤੇ ਈਵਨਿੰਗ ਦੇ ਟਾਈਮ ਤੇ ਸਨ ਥੋੜਾ ਜਿਹਾ ਰੈਡਿਸ਼ ਦਿਖਾਈ ਦਿੰਦਾ। ਬਟ ਜੇਕਰ ਗੱਲ ਕਰੀਏ ਆਪਾਂ ਆਫਟਰਨੂਨ ਦੀ, ਜਿੱਥੇ ਓਨਲੀ ਇੰਨਾ ਡਿਸਟੈਂਸ ਹੀ ਟਰੈਵਲ ਹੁੰਦਾ ਲਾਈਟ ਦੁਆਰਾ ਐਟਮੋਸਫੇਅਰ ਦੇ ਵਿੱਚ। ਸੋ ਹੁਣ ਦੇਖੋ ਜੀ, ਜੇ ਡਿਸਟੈਂਸ ਘੱਟ ਟਰੈਵਲ ਹੋ ਰਿਹਾ ਤਾਂ ਓਬਵੀਅਸਲੀ ਸਕੈਟਰਿੰਗ ਘੱਟ ਹੋਏਗੀ। ਸੋ ਜਦੋਂ ਸਕੈਟਰਿੰਗ ਘੱਟ ਹੁੰਦੀ ਹੈ ਤਾਂ ਆਪਾਂ ਨੂੰ ਮਿਕਸਚਰ ਆਫ ਕਲਰਸ ਦਿਖਾਈ ਦਿੰਦੇ ਆ ਜਦੋਂ ਆਪਣੇ ਸਨ ਓਵਰਹੈਡ ਹੁੰਦਾ, ਠੀਕ ਹੈ, ਆਫਟਰਨੂਨ ਦੇ ਵਿੱਚ। ਐਂਡ ਆਪਣਾ ਅੱਜ ਦਾ ਲਾਸਟ ਟੌਪਿਕ ਹੈ ਰੇਨਬੋ ਫਾਰਮੇਸ਼ਨ। ਇੰਪੋਰਟੈਂਟ ਟੌਪਿਕ ਆ, ਇਸ ਨੂੰ ਧਿਆਨ ਨਾਲ ਕਰਿਓ, ਐਂਡ ਤੱਕ ਆਪਣੇ ਯਾਦ ਰਹੇਗਾ। ਓਕੇ, ਰੇਨਬੋ ਫਾਰਮੇਸ਼ਨ ਵਿੱਚ ਪਹਿਲਾਂ ਤਾਂ ਆਪਾਂ ਕਹਿ ਲਈਏ ਵੀ 4 ਫਿਨੋਮੀਨਾਜ਼ ਆ, ਇਹ ਹੈਲਪ ਕਰਦੇ ਆ, ਠੀਕ ਹੈ। ਇਹਨਾਂ ਨੂੰ ਆਪਾਂ ਪਹਿਲਾਂ ਕੀਤਾ ਹੋਇਆ ਵੀਡੀਓਜ਼ ਦੇ ਵਿੱਚ, ਸੋ ਆਪਾਂ ਅੱਜ ਰਿਵਾਈਜ਼ ਕਰ ਲੈਂਦੇ ਆ। ਫਸਟ ਹੈਗਾ ਆਪਣਾ ਐਟਮੋਸਫੈਰਿਕ ਰਿਫਰੈਕਸ਼ਨ। ਇਸ ਤੇ ਤਾਂ ਆਪਾਂ ਅਲੱਗ ਤੋਂ ਇੱਕ ਵੀਡੀਓ ਬਣਾਈ ਹੋਈ ਹੈ ਸਪੈਸ਼ਲ, ਤਾਂ ਜਿਸ ਵਿੱਚ ਆਪਾਂ ਕੀਤਾ ਸੀ ਜਦੋਂ ਲਾਈਟ ਰੇਜ਼ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਐਂਟਰ ਕਰਦੀਆਂ ਤਾਂ ਆਪਣੇ ਕੋਲੇ ਰਿਫਰੈਕਸ਼ਨ ਅਕਰ ਹੁੰਦੀ ਹੈ। ਹੁਣ ਦੇਖੋ ਜੀ, ਜਦੋਂ ਲਾਈਟ ਰੇਜ਼ ਡੈਂਸਰ ਮੀਡੀਅਮ ਟੂ ਰੇਅਰਰ ਮੀਡੀਅਮ ਆਉਣਗੀਆਂ ਉਦੋਂ ਵੀ ਰਿਫਰੈਕਸ਼ਨ ਅਕਰ ਹੋਏਗੀ, ਠੀਕ ਹੈ। ਤੁਸੀਂ ਲਾਸਟ ਵੀਡੀਓ ਦੇਖ ਲਿਓ ਜਿਸ ਨੂੰ ਐਟਮੋਸਫੈਰਿਕ ਰਿਫਰੈਕਸ਼ਨ ਬਾਰੇ ਨਹੀਂ ਪਤਾ ਹੈ ਨਾ। ਐਂਡ ਜਦੋਂ ਰੇਅਰਰ ਮੀਡੀਅਮ ਟੂ ਡੈਂਸਰ ਮੀਡੀਅਮ ਜਾਣਗੀਆਂ ਉਦੋਂ ਵੀ ਕੀ ਹੋਏਗੀ? ਰਿਫਰੈਕਸ਼ਨ ਅਕਰ ਹੋਏਗੀ। ਰਿਫਰੈਕਸ਼ਨ ਮੀਨਸ ਵੀ ਜੇਕਰ ਲਾਈਟ ਇਸ ਤਰੀਕੇ ਜਾ ਰਹੀ ਹੈ ਤਾਂ ਉਹ ਕੀ ਹੋਏਗੀ? ਥੋੜੀ ਜੀ ਬੈਂਡ ਹੋ ਜਾਏਗੀ। ਓਕੇ, ਐਂਡ ਨੈਕਸਟ ਆਪਣੇ ਕੋਲ ਹੈਗਾ ਡਿਸਪਰਜ਼ਨ ਆਫ ਲਾਈਟ। ਡਿਸਪਰਜ਼ਨ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੈ, ਦ ਸਪਲਿਟਿੰਗ ਆਫ ਵਾਈਟ ਲਾਈਟ ਇਨਟੂ 7 ਕਲਰਸ, ਠੀਕ ਹੈ। ਇਸ ਨੂੰ ਆਪਾਂ ਕੀ ਬੋਲਦੇ ਹਾਂ? ਡਿਸਪਰਜ਼ਨ ਆਫ ਲਾਈਟ। ਐਂਡ ਥਰਡ ਹੈਗਾ ਆਪਣੇ ਕੋਲੇ ਸਕੈਟਰਿੰਗ ਆਫ ਲਾਈਟ। ਸਕੈਟਰਿੰਗ ਬਾਰੇ ਤਾਂ ਆਪਾਂ ਅੱਜ ਹੀ ਸਟੱਡੀ ਕੀਤਾ ਹੈ। ਐਂਡ ਲਾਸਟ ਆਪਣੇ ਕੋਲੇ ਟੋਟਲ ਇੰਟਰਨਲ ਰਿਫਲੈਕਸ਼ਨ। ਸੋ ਇਸ ਵਿੱਚ ਕੀ ਹੁੰਦਾ ਹੈ ਵੀ ਜਦੋਂ ਲਾਈਟ ਰੇਜ਼ ਇਸ ਤਰੀਕੇ ਜਾਣਾ ਹੁੰਦੀਆਂ ਬਟ ਉਹ ਕੀ ਕਰਦੀਆਂ? ਉਸੇ ਮੀਡੀਅਮ ਵਿੱਚ ਵਾਪਸ ਆ ਜਾਂਦੀਆਂ। ਸੋ ਇਸ ਨੂੰ ਬੋਲਿਆ ਜਾਂਦਾ ਟੋਟਲ ਇੰਟਰਨਲ ਰਿਫਲੈਕਸ਼ਨ। ਓਕੇ, ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਰੇਨਬੋ ਫਾਰਮੇਸ਼ਨ ਨੂੰ। ਇਹ 4 ਫਿਨੋਮੀਨਾਜ਼ ਆ ਜਿਹੜੇ ਹੈਲਪ ਕਰਦੇ ਆ ਰੇਨਬੋ ਦੀ ਫਾਰਮੇਸ਼ਨ ਕਰਨ ਵਿੱਚ। ਸੋ ਆਪਾਂ ਸਟਾਰਟ ਕਰਦੇ ਹਾਂ, ਇੱਕ ਡਾਇਗਰਾਮ ਨਾਲ ਸ਼ੋ ਕਰਦੇ ਹਾਂ ਆਪਾਂ। ਸਪੋਜ਼ ਕਰ ਲਓ ਇਹ ਆਪਣੀ ਕੋਲੇ ਹੈਗੀ ਹੈ ਇੱਕ ਵਾਟਰ ਡ੍ਰੌਪਲੇਟ, ਠੀਕ ਹੈ। ਐਂਡ ਇਹ ਵਾਲਾ ਹੈਗਾ ਆਪਣੇ ਕੋਲੇ ਸਨ। ਓਕੇ, ਸੋ ਹੁਣ ਦੇਖੋ ਜੀ, ਫਸਟਲੀ ਸਨ ਦੇ ਵਿੱਚੋਂ ਆਪਣੇ ਕੋਲੇ ਵਾਈਟ ਲਾਈਟ ਆਏਗੀ, ਠੀਕ ਹੈ। ਆਪਾਂ ਇੱਕ ਪ੍ਰਿਜ਼ਮ ਵਾਲਾ ਟੌਪਿਕ ਕੀਤਾ ਸੀ, ਤਾਂ ਪ੍ਰਿਜ਼ਮ ਵਿੱਚ ਕੀ ਹੁੰਦਾ ਸੀਗਾ? ਵਾਈਟ ਲਾਈਟ ਆਉਂਦੀ ਸੀ, ਉਹ ਸਪਲਿਟ ਹੋ ਜਾਂਦੀ ਸੀ 7 ਕਲਰਸ ਵਿੱਚ, ਤਾਂ ਜਿਸ ਨੂੰ ਆਪਾਂ ਬੋਲਿਆ ਸੀ ਡਿਸਪਰਜ਼ਨ ਆਫ ਲਾਈਟ, ਦ ਸਪਲਿਟਿੰਗ ਆਫ ਵਾਈਟ ਲਾਈਟ ਇਨਟੂ 7 ਕਲਰਸ। ਓਕੇ, ਐਂਡ ਇੱਥੇ ਇੱਕ ਚੀਜ਼ ਹੋਰ ਹੋ ਰਹੀ ਹੈ, ਡਿਸਪਰਜ਼ਨ ਤਾਂ ਹੋ ਹੀ ਰਿਹਾ, ਇੱਕ ਚੀਜ਼ ਹੋਰ ਹੋ ਰਹੀ ਹੈ ਐਟਮੋਸਫੈਰਿਕ ਰਿਫਰੈਕਸ਼ਨ, ਬਿਕੋਜ਼ ਮੀਡੀਅਮ ਚੇਂਜ ਹੋ ਰਿਹਾ ਹੈ। ਇਹ ਮੀਡੀਅਮ ਹੈਗਾ ਆਪਣਾ ਰੇਅਰਰ ਮੀਡੀਅਮ 에ਅਰ ਵਾਲਾ, ਐਂਡ ਵਾਟਰ ਦੇ ਵਿੱਚ ਕਿਹੜਾ ਮੀਡੀਅਮ ਆ ਗਿਆ ਆਪਣਾ? ਡੈਂਸਰ ਮੀਡੀਅਮ। ਸੋ ਜਦੋਂ ਆਪਣੇ ਕੋਲੇ ਮੀਡੀਅਮ ਚੇਂਜ ਹੋਏਗਾ ਓਬਵੀਅਸਲੀ ਫਿਰ ਕੀ ਹੋਏਗਾ? ਬੈਂਡਿੰਗ ਸ਼ੋ ਹੋਏਗੀ ਆਪਾਂ ਨੂੰ, ਐਟਮੋਸਫੈਰਿਕ ਰਿਫਰੈਕਸ਼ਨ। ਸੋ ਇੱਥੋਂ ਵਾਈਟ ਲਾਈਟ ਆ ਜਿਹੜੀ, ਇਹ ਇਸ ਨੂੰ ਮੈਂ ਲਿਖ ਦਿੰਦਾ ਵਾਈਟ ਲਾਈਟ। ਸੋ ਇਹ ਸਪਲਿਟ ਹੋਏਗੀ 7 ਕਲਰਸ ਵਿੱਚ। ਬਟ ਆਪਾਂ ਇਦਾਂ ਕਰਦੇ ਹਾਂ, ਆਪਾਂ 2 ਕਲਰਸ ਹੀ ਡਰਾਅ ਕਰ ਲੈਂਦੇ ਹਾਂ, ਤੁਹਾਨੂੰ ਥੋੜਾ ਈਜ਼ੀ ਸਮਝ ਆ ਜਾਏਗਾ। ਸੋ ਆਪਣੇ ਕੋਲੇ ਸਭ ਤੋਂ ਲੋਐਸਟ ਕਲਰ ਐਂਡ ਜਿਹੜਾ ਉੱਪਰ ਜਿਸ ਦੀ ਵੇਵਲੈਂਥ ਜ਼ਿਆਦਾ ਹੁੰਦੀ ਹੈ ਉਹ ਕਲਰ ਹੋ ਗਿਆ ਆਪਣਾ ਰੈਡ। ਓਕੇ, ਇਹਦੇ ਵਿੱਚ ਆਪਣੇ ਕੋਲੇ 5 ਕਲਰਸ ਹੋਰ ਆ ਜਾਂਦੇ। ਦੇਖੋ ਲਾਈਟ ਨੇ ਪਾਸ ਤਾਂ ਅੱਗੇ ਕਰਨਾ ਸੀ, ਬਟ ਇਹ ਕੀ ਹੋਏਗਾ? ਇਸੇ ਮੀਡੀਅਮ ਦੇ ਵਿੱਚ ਹੀ ਵਾਪਸ ਫੇਰ ਆ ਜਾਏਗੀ। ਸੋ ਇਸ ਨੂੰ ਆਪਾਂ ਕੀ ਬੋਲਿਆ ਸੀਗਾ? ਟੋਟਲ ਇੰਟਰਨਲ ਰਿਫਲੈਕਸ਼ਨ। ਯਾਦ ਆ ਨਾ ਵੀ ਜਦੋਂ ਲਾਈਟ ਉਸੇ ਮੀਡੀਅਮ ਦੇ ਵਿੱਚ ਹੀ ਵਾਪਸ ਰਿਫਲੈਕਟ ਹੋ ਜੇ ਤਾਂ ਉਸ ਨੂੰ ਬੋਲਿਆ ਜਾਂਦਾ ਟੋਟਲ ਇੰਟਰਨਲ ਰਿਫਲੈਕਸ਼ਨ। ਐਂਡ ਹੁਣ ਦੇਖੋ ਜੀ, ਇਹ ਆਪਣੇ ਕੋਲੇ ਸੀਗਾ ਡੈਂਸਰ ਮੀਡੀਅਮ, ਐਂਡ ਬਾਹਰ ਵਾਲਾ ਮੀਡੀਅਮ ਕਿਹੜਾ? ਰੇਅਰਰ ਮੀਡੀਅਮ। ਸੋ ਫਿਰ ਤੋਂ ਐਟਮੋਸਫੈਰਿਕ ਰਿਫਰੈਕਸ਼ਨ ਅਕਰ ਹੋਏਗੀ। ਸੋ ਰਿਫਰੈਕਸ਼ਨ ਜਦੋਂ ਹੋਏਗੀ ਤਾਂ ਇਸ ਤਰੀਕੇ ਥੋੜੀ ਜਿਹੀ ਫੇਰ ਬੈਂਡਿੰਗ ਹੋਏਗੀ, ਤਾਂ ਬੈਂਡਿੰਗ ਹੋਣ ਤੋਂ ਬਾਅਦ ਆਪਾਂ ਨੂੰ ਇਹ ਵਾਲਾ ਪਾਰਟ ਆ ਜਿਹੜਾ ਇਹ ਸਾਰਾ ਰੇਨਬੋ ਸ਼ੋ ਹੋਏਗਾ। ਇਸ ਦੇ ਵਿੱਚ 7 ਕਲਰਸ ਆ ਜਾਂਦੇ ਹਨਾ, 2 3 4 5 6 ਐਂਡ 7। ਸੋ ਇਸ ਤਰੀਕੇ ਆਪਾਂ ਨੂੰ ਰੇਨਬੋ ਦੀ ਫਾਰਮੇਸ਼ਨ ਸ਼ੋ ਹੁੰਦੀ ਹੈ। ਐਂਡ ਰੇਨਬੋ ਫਾਰਮੇਸ਼ਨ ਨੂੰ ਦੇਖਣ ਵਾਸਤੇ ਇੱਕ ਚੀਜ਼ ਹੋਰ ਇੰਪੋਰਟੈਂਟ ਹੁੰਦੀ ਹੈ ਵੀ ਜਿਹੜਾ ਸਨ ਹੈ ਉਹ ਹਮੇਸ਼ਾ ਆਪਣੇ ਹੈਡ ਦੇ ਪਿੱਛੇ ਹੋਣਾ ਚਾਹੀਦਾ, ਐਂਡ ਜਿਹੜਾ ਆਪਣਾ ਆਬਜ਼ਰਵਰ ਆ ਉਹ ਇਸ ਜਗ੍ਹਾ ਤੇ ਹੋਏਗਾ, ਠੀਕ ਹੈ। ਸੋ ਇਸ ਨੂੰ ਰੇਨਬੋ ਫਾਰਮੇਸ਼ਨ ਹੋਈ ਦਿਖਾਈ ਦੇ ਰਹੀ ਹੋਏਗੀ। ਸੋ ਇਸ ਵਿੱਚ ਆਪਾਂ 4 ਫਿਨੋਮੀਨਾਸ ਕੀਤੇ ਆ। ਫਸਟਲੀ ਮੈਂ ਕਿਹਾ ਵਾਈਟ ਲਾਈਟ ਸਪਲਿਟ ਹੋ ਰਹੀ ਹੈ 7 ਕਲਰਸ ਵਿੱਚ। ਓਕੇ,
ਸੋ ਆਪਣਾ ਕਿਹੜਾ ਫਿਨੋਮੀਨਾ ਕੰਮ ਕਰ ਰਿਹਾ ਡਿਸਪਰਜਨ ਆਫ ਲਾਈਟ। ਐਂਡ ਇੱਕ ਚੀਜ਼ ਆਪਾਂ ਹੋਰ ਕੀਤੀ ਹੈ ਵੀ ਜਿਹੜੀ ਇੱਥੋਂ ਰੇ ਆਫ ਲਾਈਟ ਜਾ ਰਹੀ ਹੈ ਇਹ ਥੋੜੀ ਜਿਹੀ ਕੀ ਹੋਈ ਬੈਂਡ ਹੋਈ। ਸੋ ਬੈਂਡ ਕਿਸ ਕਰਕੇ ਹੋਈ ਐਟਮੋਸਫੈਰਿਕ ਰੀਫ੍ਰੈਕਸ਼ਨ। ਓਕੇ ਐਂਡ ਥਰਡ ਵਨ ਜਿਹੜੀ ਇਹ ਆਪਦੇ ਹੀ ਮੀਡੀਅਮ ਵਿੱਚ ਵਾਪਸ ਮੁੜਿਆ ਇਹ ਕਿਹੜਾ ਟੌਪਿਕ ਹੋਇਆ ਆਪਣਾ ਟੋਟਲ ਇੰਟਰਨਲ ਰਿਫਲੈਕਸ਼ਨ। ਐਂਡ ਲਾਸਟ ਵਨ ਫਿਰ ਡੈਂਸਰ ਮੀਡੀਅਮ ਟੂ ਰੇਅਰਰ ਮੀਡੀਅਮ ਆਈ ਫਿਰ ਇਹ ਕੀ ਹੋਇਆ ਐਟਮੋਸਫੈਰਿਕ ਰੀਫ੍ਰੈਕਸ਼ਨ। ਐਂਡ ਉਸ ਤੋਂ ਬਾਅਦ ਆਪਾਂ ਨੂੰ ਰੇਨਬੋ ਦਿਖਾਈ ਦੇਣ ਲੱਗ ਜਾਂਦੀ ਹੈ। ਠੀਕ ਹੈ ਸੋ ਰੇਨਬੋ ਫਾਰਮੇਸ਼ਨ ਬਾਰੇ ਤਾਂ ਕਲੀਅਰ ਹੋ ਹੀ ਗਿਆ ਹੋਣਾ। ਤਾਂ ਫਸਟਲੀ ਆਪਾਂ ਕਿਹਾ ਸੀਗਾ ਸਨ ਤੋਂ ਵਾਈਟ ਲਾਈਟ ਐਂਟਰ ਹੁੰਦੀ ਹੈ ਡ੍ਰੌਪਲੈਟ ਦੇ ਵਿੱਚ। ਠੀਕ ਹੈ ਤਾਂ ਫਸਟਲੀ ਆਪਣੇ ਕੋਲੇ ਬਾਹਰਲਾ ਮੀਡੀਅਮ ਕਿਹੜਾ ਸੀਗਾ 에ਅਰ ਵਾਲਾ। ਸੋ ਇਸ ਨੂੰ ਰੇਅਰਰ ਮੀਡੀਅਮ ਬੋਲਾਂਗੇ ਐਂਡ ਡ੍ਰੌਪਲੈਟ ਦੇ ਮੀਡੀਅਮ ਨੂੰ ਕਿਹੜਾ ਬੋਲਾਂਗੇ ਡੈਂਸਰ ਮੀਡੀਅਮ। ਓਕੇ ਤਾਂ ਫਸਟਲੀ ਇੱਥੇ ਆਪਣੇ ਕੋਲੇ ਰਿਫਰੈਕਸ਼ਨ ਅਕਰ ਹੋਏਗੀ ਬਿਕੋਜ਼ ਮੀਡੀਅਮ ਚੇਂਜ ਹੋ ਰਿਹਾ ਸੋ ਥੋੜੀ ਜਿਹੀ ਬੈਂਡਿੰਗ ਹੋਏਗੀ। ਐਂਡ ਇੱਕ ਚੀਜ਼ ਹੋਰ ਹੋਏਗੀ ਡਿਸਪਰਜਨ ਆਫ ਲਾਈਟ ਵੀ ਜਿਹੜੀ ਵਾਈਟ ਲਾਈਟ ਹੈ ਇਹ 7 ਕਲਰਸ ਵਿੱਚ ਸਪਲਿਟ ਹੋ ਜਾਏਗੀ। ਉਸ ਤੋਂ ਬਾਅਦ ਹੁਣ ਦੇਖੋ ਜੀ ਇੱਥੋਂ ਲਾਈਟ ਨੇ ਸਿੱਧੇ ਅੱਗੇ ਚਲੇ ਜਾਣਾ ਸੀ। ਠੀਕ ਹੈ ਬਟ ਲਾਈਟ ਉਸੇ ਮੀਡੀਅਮ ਦੇ ਵਿੱਚ ਵਾਪਸ ਮੁੜ ਆਈ। ਸੋ ਇਸ ਨੂੰ ਆਪਾਂ ਕੀ ਬੋਲਿਆ ਸੀ ਟੋਟਲ ਇੰਟਰਨਲ ਰਿਫਲੈਕਸ਼ਨ। ਸੋ ਇਸ ਪੁਆਇੰਟ ਤੇ ਹੋ ਰਹੀ ਹੈ ਟੋਟਲ ਇੰਟਰਨਲ ਰਿਫਲੈਕਸ਼ਨ। ਐਂਡ ਇਸ ਤੋਂ ਬਾਅਦ ਜਦੋਂ ਹੁਣ ਲਾਈਟ ਨੇ ਡ੍ਰੌਪਲੈਟ ਦੇ ਵਿੱਚੋਂ ਬਾਹਰ ਫੇਰ ਨਿਕਲਣਾ। ਠੀਕ ਹੈ ਸੋ ਫੇਰ ਕੀ ਹੋਏਗਾ ਡੈਂਸਰ ਮੀਡੀਅਮ ਟੂ ਰੇਅਰਰ ਮੀਡੀਅਮ ਚੇਂਜ ਹੋ ਰਿਹਾ ਸੋ ਫੇਰ ਥੋੜੀ ਜਿਹੀ ਬੈਂਡਿੰਗ ਹੋਏਗੀ ਰਿਫਰੈਕਸ਼ਨ ਅਕਰ ਹੋਏਗੀ। ਸੋ ਇਸ ਤਰੀਕੇ ਆਪਾਂ ਨੂੰ ਰੇਨਬੋ ਦਿਖਾਈ ਦਿੰਦੀ ਹੈ। ਠੀਕ ਹੈ ਇਸ ਫਿਗਰ ਤੋਂ ਆਪਾਂ ਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਆਪਾਂ ਕਿਹਾ ਸੀਗਾ ਇਸ ਤਰੀਕੇ ਸਨਲਾਈਟ ਆ ਰਹੀ ਹੈ ਵਾਈਟ ਲਾਈਟ ਫੇਰ ਰਿਫਰੈਕਸ਼ਨ ਹੁੰਦੀ ਹੈ ਐਂਡ ਉਸ ਤੋਂ ਬਾਅਦ ਟੋਟਲ ਇੰਟਰਨਲ ਰਿਫਲੈਕਸ਼ਨ ਐਂਡ ਫੇਰ ਤੋਂ ਫੇਰ ਰਿਫਰੈਕਸ਼ਨ ਐਂਡ ਇਸ ਤਰੀਕੇ ਆਪਾਂ ਨੂੰ ਰੇਨਬੋ ਸ਼ੋ ਹੋ ਜਾਂਦੀ ਹੈ। ਠੀਕ ਹੈ ਐਂਡ ਇਸ ਟੌਪਿਕ ਨਾਲ ਆਪਣੇ ਇਸ ਚੈਪਟਰ ਦੇ ਸਾਰੇ ਟੌਪਿਕਸ ਕੰਪਲੀਟ ਹੋ ਗਏ। ਹੁਣ ਆਪਣੇ ਓਨਲੀ ਨੂਮੈਰੀਕਲਸ ਰਹਿ ਗਏ। ਨੂਮੈਰੀਕਲਸ ਆਪਾਂ ਨੈਕਸਟ ਵੀਡੀਓ ਲੈਕਚਰ ਵਿੱਚ ਕਰ ਦਿਆਂਗੇ। ਬਹੁਤ ਥੋੜੇ ਨੂਮੈਰੀਕਲਸ ਆ 3-4 ਹੀ ਹੈ ਮੋਸਟਲੀ। ਐਂਡ ਜੋ ਵੀ ਕੋਈ ਚੀਜ਼ ਇਸ ਚੈਪਟਰ ਦੇ ਵਿੱਚੋਂ ਤੁਹਾਨੂੰ ਨਾ ਪਤਾ ਲੱਗੀ ਹੋਈ ਉਹ ਤੁਸੀਂ ਮੈਨੂੰ WhatsApp ਕਰ ਦਿਓ ਆਪਣਾ ਡਾਊਟ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।